ਹੈਲੋ ਸਟੂਡੈਂਟਸ, ਅੱਜ ਅਸੀਂ ਸਿੱਖਾਂਗੇ ਆਰਟੀਕਲ ਬੇਸ਼ੱਕ ਇੰਗਲਿਸ਼ ਦੇ ਵਿੱਚ ਇੱਕ ਬਹੁਤ ਛੋਟਾ ਜਿਹਾ ਟੌਪਿਕ ਹੈਗਾ, ਬਟ ਬਹੁਤ ਸਾਰੇ ਸਟੂਡੈਂਟਸ ਬੇਸ਼ੱਕ ਉਹ ਆਇਲਸ ਕਰਦੇ ਨੇ, ਬੇਸ਼ੱਕ ਉਹ ਬੇਸਿਕ ਤੋਂ ਇੰਗਲਿਸ਼ ਨੂੰ ਸਿੱਖ ਰਹੇ ਨੇ ਜਾਂ ਫਿਰ ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ। ਇਹਨਾਂ ਸਾਰੇ ਹੀ ਟੈਸਟਾਂ ਦੇ ਵਿੱਚ ਜਾਂ ਫਿਰ ਬੇਸਿਕ ਇੰਗਲਿਸ਼ ਲੈਂਗੁਏਜ ਦੇ ਵਿੱਚ ਆਰਟੀਕਲ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈਗੀ ਔਰ ਸਟੂਡੈਂਟਸ ਹਮੇਸ਼ਾ ਹੀ ਆਰਟੀਕਲ ਨੂੰ ਯੂਜ਼ ਕਰਦੇ ਹੋਏ ਮਿਸਟੇਕਸ ਕਰਦੇ ਨੇ। ਇਸ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਆਰਟੀਕਲ ਦੇ ਸਾਰੇ ਡਾਊਟਸ ਤੁਹਾਡੇ ਕਲੀਅਰ ਕਰ ਦਈਏ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਆਰਟੀਕਲ ਦਾ ਹਰ ਇੱਕ ਜੋ ਕਨਸੈਪਟ ਹੈਗਾ ਆ, ਹਰ ਇੱਕ ਜੋ ਇਹਦੇ ਵਿੱਚ ਮਿਸਟੇਕਸ ਹੁੰਦੀ ਹੈ ਉਹ ਤੁਹਾਨੂੰ ਕਲੀਅਰ ਹੋ ਜਾਵੇ। ਸੋ ਲੈਟਸ ਗੈਟ ਸਟਾਰਟਡ। ਆਰਟੀਕਲ ਦੇ ਇਸ ਲੈਕਚਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਅਸੀਂ ਆਰਟੀਕਲ ਦੇ ਵਿੱਚ ਪੜ੍ਹਨੀਆਂ ਕਿਹੜੀਆਂ ਚੀਜ਼ਾਂ ਨੇ। ਵੈਲ ਫਸਟ ਆਫ ਆਲ ਆਰਟੀਕਲ ਹੈਗਾ ਕੀ ਹੈ ਤੇ ਕਿਉਂ ਉਸ ਨੂੰ ਆਪਾਂ ਯੂਜ਼ ਕਰਦੇ ਹਾਂ। ਨੰਬਰ 2 ਤੇ ਅਸੀਂ ਪੜਾਂਗੇ ਕਿ ਆਰਟੀਕਲ ਕਦੋਂ ਯੂਜ਼ ਕਰਨਾ ਹੈਗਾ ਔਰ ਨੰਬਰ 3 ਤੇ ਸਾਡੇ ਕੋਲ ਹੋਊਗਾ ਕਿ ਆਰਟੀਕਲ ਜੋ ਸਾਡੇ ਕੋਲ ਹੈਗੇ ਆ ਏ ਐਂਡ ਦਾ, ਇਹਨਾਂ ਵਿੱਚੋਂ ਕਿਸ ਤਰ੍ਹਾਂ ਡਿਸਾਈਡ ਕਰਨਾ ਕਿ ਕਿਹੜੇ ਆਰਟੀਕਲ ਨੂੰ ਕਦੋਂ ਯੂਜ਼ ਕਰਨਾ ਹੈਗਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਐਕਚੁਅਲ ਦੇ ਵਿੱਚ ਆਰਟੀਕਲ ਹੈਗਾ ਕੀ ਹੈ ਜਾਂ ਇਹ ਕਨਸੈਪਟ ਜਿਹੜਾ ਸਾਰਾ ਸ਼ੁਰੂ ਕਿੱਥੋਂ ਹੁੰਦਾ। ਸੋ ਬੇਸਿਕਲੀ ਅਗਰ ਆਪਾਂ ਦੇਖੀਏ ਤੇ ਆਰਟੀਕਲ ਜਿਹੜਾ ਸਾਡਾ ਹੈਗਾ ਆ ਤਕਰੀਬਨ ਆਪਾਂ ਕਹਿ ਸਕਦੇ ਕਿ ਐਡਜੈਕਟਿਵ ਦਾ ਹੀ ਇੱਕ ਪਾਰਟ ਹੈਗਾ ਆ। ਐਡਜੈਕਟਿਵ ਦਾ ਇਹ ਪਾਰਟ ਕਿਉਂ ਹੈਗਾ ਆ ਉਸ ਨੂੰ ਸਮਝਣ ਦੇ ਲਈ ਸਾਨੂੰ ਥੋੜਾ ਜਿਹਾ ਜਿਹੜਾ ਹੈਗਾ ਆਰਟੀਕਲ ਨੂੰ ਇੱਕ ਵਾਰੀ ਇੱਥੇ ਦੇਖਣਾ ਪਵੇਗਾ। ਐਡਜੈਕਟਿਵ ਦਾ ਪਾਰਟ ਆਰਟੀਕਲ ਕਿਸ ਤਰ੍ਹਾਂ ਹੈਗਾ। ਵੈਲ ਬੇਸਿਕਲੀ ਐਡਜੈਕਟਿਵ ਨੂੰ ਆਪਾਂ ਬਹੁਤਾ ਡਿਟੇਲ ਦੇ ਵਿੱਚ ਇੱਥੇ ਨਹੀਂ ਜਾਵਾਂਗੇ, ਬਟ ਇੱਕ ਬੇਸਿਕ ਜਿਹਾ ਕਨਸੈਪਟ ਜਿਹੜਾ ਆਰਟੀਕਲ ਦਾ ਸਮਝਾਂਗੇ ਕਿ ਐਡਜੈਕਟਿਵ ਐਕਚੁਅਲ ਦੇ ਵਿੱਚ ਕੀ ਹੈਗਾ ਕਿ ਐਡਜੈਕਟਿਵ ਇਜ਼ ਯੂਜ਼ਡ ਟੂ ਮੋਡੀਫਾਈ ਅ ਨਾਉਨ। ਇੱਕ ਐਡਜੈਕਟਿਵ ਨੂੰ ਇੰਗਲਿਸ਼ ਦੇ ਵਿੱਚ ਇੱਕ ਨਾਉਨ ਨੂੰ ਮੋਡੀਫਾਈ ਕਰਨ ਦੇ ਲਈ ਯੂਜ਼ ਕੀਤਾ ਜਾਂਦਾ, ਜਾਂ ਫਿਰ ਆਪਾਂ ਕਹਿ ਲਈਏ ਐਨ ਆਰਟੀਕਲ ਇਜ਼ ਆਲਵੇਜ਼ ਯੂਜ਼ਡ ਵਿਦ ਅ ਨਾਉਨ। ਇੱਕ ਸੌਰੀ ਮੈਂ ਇੱਥੇ ਆਰਟੀਕਲ ਲਿਖ ਦਿੱਤਾ। ਇੱਕ ਐਡਜੈਕਟਿਵ ਜਿਹੜਾ ਹੁੰਦਾ ਹਮੇਸ਼ਾ ਹੀ ਯੂਜ਼ ਕੀਤਾ ਜਾਂਦਾ ਇੱਕ ਨਾਉਨ ਦੇ ਨਾਲ। ਮੀਨਸ ਕੀ ਆ ਕਿ ਇੱਕ ਨਾਉਨ ਤੋਂ ਬਿਨਾ ਇੱਕ ਐਡਜੈਕਟਿਵ ਜਿਹੜਾ ਕੁਝ ਵੀ ਨਹੀਂ ਹੈਗਾ। ਅਗਰ ਇੱਕ ਨਾਉਨ ਹੋਊਗਾ ਤੇ ਤਾਂ ਹੀ ਅਸੀਂ ਇੱਕ ਐਡਜੈਕਟਿਵ ਨੂੰ ਯੂਜ਼ ਕਰ ਸਕਦੇ ਹਾਂ, ਤਾਂ ਕਿ ਉਸ ਨਾਉਨ ਦੇ ਬਾਰੇ ਸਾਨੂੰ ਜਿਹੜੀ ਐਕਸਟਰਾ ਇਨਫੋਰਮੇਸ਼ਨ ਮਿਲ ਸਕਦੀ ਆ। ਨੀਚੇ ਅਗਰ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਸਿੰਪਲੀ ਲਿਖਿਆ ਹੋਇਆ ਆਰਟੀਕਲ ਪਲੱਸ ਨਾਉਨ ਹੋਊਗਾ। ਸਾਡਾ ਜਿਹੜਾ ਇੱਥੇ ਐਡਜੈਕਟਿਵ ਹੈਗਾ, ਸੌਰੀ ਇੱਥੇ ਵੀ ਮੈਂ ਜਿਹੜਾ ਆਰਟੀਕਲ ਹੀ ਲਿਖਿਆ ਹੋਇਆ ਇੱਥੇ ਆਪਾਂ ਲਿਖਣਾ ਸੀ ਐਡਜੈਕਟਿਵ। ਸੋ ਇੱਥੇ ਤੁਸੀਂ ਐਗਜ਼ਾਮਪਲਸ ਦੇ ਵਿੱਚ ਦੇ ਸਕਦੇ ਆ ਕਿ ਕਿਸ ਤਰ੍ਹਾਂ ਅਸੀਂ ਐਡਜੈਕਟਿਵ ਪਲੱਸ ਨਾਉਨ ਲਿਖਿਆ ਹੋਇਆ। ਇਟ ਮੀਨਸ ਕਿ ਜਿਵੇਂ ਕਿ ਸਾਡੇ ਕੋਲ ਵਰਡ ਹੈਗਾ ਬਿਊਟੀਫੁਲ, ਜੋ ਕਿ ਇੱਕ ਐਡਜੈਕਟਿਵ ਹੈਗਾ ਹੈ ਜਿਸ ਦਾ ਮਤਲਬ ਸੁੰਦਰ। ਸੋ ਕੋਈ ਚੀਜ਼ ਸੁੰਦਰ ਹੋ ਸਕਦੀ, ਉਸ ਚੀਜ਼ ਨੂੰ ਵੀ ਅੱਗੇ ਸਾਨੂੰ ਲਿਖਣਾ ਪੈਣਾ ਜੋ ਕਿ ਹੋ ਸਕਦਾ ਇੱਕ ਨਾਉਨ। ਜੋ ਗਰਲ ਸਾਡਾ ਇੱਥੇ ਇੱਕ ਨਾਉਨ ਹੈਗਾ, ਸੋ ਬਿਊਟੀਫੁਲ ਵਰਡ ਸਾਨੂੰ ਗਰਲ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ। ਇਟ ਮੀਨਸ ਕਿ ਇੱਕ ਐਡਜੈਕਟਿਵ ਜਿਹੜਾ ਇੱਕ ਨਾਉਨ ਦੇ ਲਈ ਕੰਮ ਕਰਦਾ ਪਿਆ ਹੈਗਾ। ਨੀਚੇ ਵੀ ਇਸੇ ਤਰ੍ਹਾਂ ਅਸੀਂ ਕਾਰ ਨਾਉਨ ਯੂਜ਼ ਕੀਤਾ ਹੋਇਆ ਔਰ ਕਾਰ ਦੇ ਮੋਰੇ ਆਪਾਂ ਲਿਖਿਆ ਹੋਇਆ ਬਲੈਕ। ਇਟ ਮੀਨਸ ਕਿ ਇਹ ਵਰਡ ਜਿਹੜਾ ਸਾਨੂੰ ਕਾਰ ਦੇ ਬਾਰੇ ਦੱਸਦਾ ਪਿਆ ਕਿ ਕਾਰ ਕਿਸ ਤਰ੍ਹਾਂ ਦੀ ਹੈਗੀ ਆ, ਬਲੈਕ ਹੈਗੀ ਆ। ਸੋ ਇਸੇ ਤਰ੍ਹਾਂ ਆਈਡੀਆ ਸਾਡਾ ਨਾਉਨ ਹੈਗਾ ਤੇ ਇਨੋਵੇਟਿਵ ਸਾਡਾ ਇਨੋਵੇਟਿਵ ਆਈਡੀਆ ਮੀਨਸ ਕੀ ਆ ਕਿ ਆਈਡੀਆ ਨੂੰ ਇਨੋਵੇਟਿਵ ਵਰਡ ਜਿਹੜਾ ਮੋਡੀਫਾਈ ਕਰਦਾ ਪਿਆ। ਇਟ ਮੀਨਸ ਕੀ ਆ ਐਕਚੁਅਲ ਦੇ ਵਿੱਚ ਐਡਜੈਕਟਿਵ ਜਿਹੜੇ ਹੁੰਦੇ ਆ ਨਾਉਨ ਦੇ ਬਾਰੇ ਐਕਸਟਰਾ ਇਨਫੋਰਮੇਸ਼ਨ ਦਿੰਦੇ ਆ। ਹਾਂ, ਆਰਟੀਕਲ ਜਿਹੜੇ ਆ ਐਡਜੈਕਟਿਵ ਦੀ ਤਰ੍ਹਾਂ ਐਕਸਟਰਾ ਇਨਫੋਰਮੇਸ਼ਨ ਨਾਉਨ ਦੇ ਬਾਰੇ ਨਹੀਂ ਦਿੰਦੇ, ਬਟ ਡਿਫਰੈਂਸ ਕੀ ਹੁੰਦਾ ਕਿ ਉਹ ਵੀ ਯੂਜ਼ ਇਸੇ ਤਰ੍ਹਾਂ ਹੁੰਦੇ ਆ। ਜਿਸ ਤਰ੍ਹਾਂ ਇੱਕ ਐਡਜੈਕਟਿਵ ਇੱਕ ਨਾਉਨ ਦੇ ਲਈ ਕੰਮ ਕਰਦਾ, ਉਸੇ ਤਰ੍ਹਾਂ ਹੀ ਇੱਕ ਆਰਟੀਕਲ ਵੀ ਸਾਡਾ ਇੱਕ ਨਾਉਨ ਦੀ ਤਰ੍ਹਾਂ ਕੰਮ ਕਰਦਾ। ਜਿਸ ਤਰ੍ਹਾਂ ਮੈਂ ਨੀਚੇ ਵੀ ਲਿਖਿਆ ਇਨ ਦਾ ਸੇਮ ਵੇ, ਜਿਸ ਤਰ੍ਹਾਂ ਆਪਾਂ ਉੱਪਰ ਪੜਿਆ in the same way article is used with a noun but there are some rules ਕਿ ਇੱਕ ਆਰਟੀਕਲ ਜਿਹੜਾ ਹੈਗਾ ਉਹ ਵੀ ਐਡਜੈਕਟਿਵ ਦੀ ਤਰ੍ਹਾਂ ਨਾਉਨ ਦੇ ਲਈ ਹੀ ਕੰਮ ਕਰਦਾ ਆ। ਅਗਰ ਇੱਕ ਨਾਉਨ ਨਹੀਂ ਹੋਗਾ ਤੇ ਅਸੀਂ ਆਰਟੀਕਲ ਨੂੰ ਵੀ ਯੂਜ਼ ਨਹੀਂ ਕਰ ਸਕਦੇ। ਸੋ ਇਸ ਕਰਕੇ ਅਸੀਂ ਆਰਟੀਕਲ ਪੜਾਂਗੇ ਜੋ ਕਿ ਐਡਜੈਕਟਿਵ ਦਾ ਅਸੀਂ ਪਾਰਟ ਕਹਿ ਸਕਦੇ ਹਾਂ, ਕਿਉਂਕਿ ਉਹ ਵੀ ਐਡਜੈਕਟਿਵ ਦੀ ਤਰ੍ਹਾਂ ਹੀ ਕੰਮ ਕਰਦਾ ਹੈਗਾ ਇੱਕ ਨਾਉਨ ਦੇ ਲਈ। ਸੋ ਹੁਣ ਆਪਾਂ ਦੇਖਾਂਗੇ ਕਿ ਰੂਲਸ ਕੀ ਹੈਗੇ ਨੇ ਤਾਂ ਕਿ ਸਾਨੂੰ ਸਾਰੀ ਗੱਲ ਜਿਹੜੀ ਆਰਟੀਕਲ ਦੀ ਕਲੀਅਰ ਹੋ ਜਾਵੇ। ਸੋ ਹੁਣ ਆਪਾਂ ਆਉਂਦੇ ਆ ਆਰਟੀਕਲ ਦੇ ਉੱਤੇ। ਆਰਟੀਕਲ ਦੇ ਵਿੱਚ ਸਾਡੇ ਕੋਲ ਬੇਸਿਕਲੀ ਏ ਐਂਡ ਦਾ 3 ਆਰਟੀਕਲ ਹੁੰਦੇ ਨੇ ਔਰ ਇਹਨਾਂ ਨੂੰ ਆਪਾਂ ਨੈਕਸਟ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੋਇਆ। ਫਰਸਟ ਕੈਟਾਗਰੀ ਸਾਡੇ ਕੋਲ ਹੈਗੀ ਆ ਇਨਡੈਫੀਨਾਈਟ ਆਰਟੀਕਲ ਦੀ ਔਰ ਸੈਕੰਡ ਕੈਟਾਗਰੀ ਹੈਗੀ ਆ ਡੈਫੀਨਾਈਟ ਆਰਟੀਕਲ ਦੀ। ਇਨਡੈਫੀਨਾਈਟ ਆਰਟੀਕਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਕਿ ਐਰੋ ਲਗਾਇਆ ਹੋਇਆ, ਸਾਡੇ ਏ ਐਂਡ ਐਨ ਦੋਨੋਂ ਹੀ ਇਨਡੈਫੀਨਾਈਟ ਆਰਟੀਕਲ ਨੇ, ਜਦ ਕਿ ਸਾਡਾ ਜਿਹੜਾ ਜੋ ਦਾ ਹੈਗਾ ਆ ਉਹ ਸਾਡਾ ਡੈਫੀਨਾਈਟ ਆਰਟੀਕਲ ਹੈਗਾ। ਜਿਹੜਾ ਦਾ ਹੈਗਾ ਆ ਇਸ ਨੂੰ ਆਪਾਂ ਡਿਟਰਮੀਨਰ ਵੀ ਕਹਿ ਦਿੰਦੇ ਆ, ਜੋ ਕਿ ਇੱਕ ਸਪੈਸੀਫਿਕ ਥਿੰਗ ਦੇ ਨਾਲ, ਪਰਮਾਨੈਂਟ ਕੋਈ ਸਪੈਸੀਫਿਕ ਚੀਜ਼ ਹੋਵੇ ਉਸ ਦੇ ਨਾਲ ਯੂਜ਼ ਕੀਤਾ ਜਾਂਦਾ। ਇਸ ਕਰਕੇ ਇਸ ਨੂੰ ਆਪਾਂ ਇੱਕ ਸੈਪਰੇਟ ਵੀਡੀਓ ਦੇ ਵਿੱਚ ਸਮਝਾਂਗੇ। ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਏ ਐਂਡ ਐਨ ਜੋ ਕਿ ਸਾਡੇ ਇਨਡੈਫੀਨਾਈਟ ਆਰਟੀਕਲ ਨੇ। ਇਨਡੈਫੀਨਾਈਟ ਆਰਟੀਕਲ ਦਾ ਮੀਨਸ ਕੀ ਹੈਗਾ ਕਿ ਉਹ ਆਰਟੀਕਲ ਜਿਹੜੇ ਕਿਸੇ ਵੀ ਸਪੈਸੀਫਿਕ ਚੀਜ਼ ਦੇ ਨਾਲ ਯੂਜ਼ ਨਹੀਂ ਹੁੰਦੇ। ਜਿਵੇਂ ਕਿ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਐਨੀ ਨਾਉਨ ਔਰ ਥਿੰਗ ਵਿਚ ਇਜ਼ ਨਾਟ ਸਪੈਸੀਫਿਕ। ਕੋਈ ਵੀ ਉਹ ਨਾਮ ਜਿਹੜਾ ਕਿ ਸਪੈਸੀਫਿਕ ਨਹੀਂ ਹੈਗਾ। ਜਿਸ ਤਰ੍ਹਾਂ ਆਪਾਂ ਪੰਜਾਬੀ ਚ ਨਾਰਮਲੀ ਕਹਿ ਦਿੰਦੇ ਆ ਕਿ ਕੋਈ ਚੀਜ਼,
कोई चीज ਜਿਹੜੀ ਜਦੋਂ ਹੋਊਗੀ ਉਦੋਂ ਆਪਾਂ ਆਰਟੀਕਲ ਨੂੰ ਯੂਜ਼ ਕਰਨਾ ਹੈਗਾ। ਸੋ ਇਹ ਤਾਂ ਹੈਗੀਆਂ ਬੇਸਿਕ ਇਹਦੀਆਂ ਦੋ ਕੈਟਾਗਰੀਜ਼। ਹੁਣ ਆਪਾਂ ਦੇਖੀਏ ਕਿ ਕਦੋਂ ਆਪਾਂ a ਐਂਡ n ਨੂੰ ਯੂਜ਼ ਕਰਨਾ ਹੈਗਾ ਜਾਂ ਫਿਰ ਕਿਹੜੇ ਨਾਉਨ ਦੇ ਨਾਲ ਆਪਾਂ a ਐਂਡ n ਨੂੰ ਯੂਜ਼ ਕਰਨਾ ਹੈਗਾ। ਆਰਟੀਕਲ a ਐਂਡ n ਨੂੰ ਜਦੋਂ ਵੀ ਆਪਾਂ ਯੂਜ਼ ਕਰਨਾ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਆਰਟੀਕਲ a ਐਂਡ n ਜਾਂ ਫਿਰ ਆਰਟੀਕਲ ਸਾਡਾ ਹਮੇਸ਼ਾ ਹੀ ਇੱਕ ਨਾਉਨ ਦੇ ਨਾਲ ਯੂਜ਼ ਹੁੰਦਾ, ਬਟ अगर आप देखिए आर्टिकल ए एंड एन नूं ते इस नूं आपां उस टाइम यूज करना जदों साडे कोल किसी भी सेंटेंस दे विच कोई भी नाउन जो कि सिंगुलर एंड काउंटेबल होंदा है। एग्जांपल दे नाल चीज समझाऊंगा। मींस कि फर्स्ट इंपॉर्टेंट थिंग है कि कदों आर्टिकल यूज करना, व्हेनेवर वी हैव अ सिंगुलर एंड काउंटेबल नाउन इन ए सेंटेंस। इस नूं हुण आपां एग्जांपल दे नाल समझदे हां कि कदों आपां आर्टिकल यूज करना। सो अगर आपां इत्थे सेंटेंस लिखीए ते आपां कह सकदे हां ही ईट्स मैंगो। हुण इस सेंटेंस दे विच अगर आपां देखिए ते आपां कहा कि ही ईट्स अ मैंगो, ओ अंब खांदा है। मोस्टली स्टूडेंट जदों आर्टिकल नूं यूज करदे आ ते इस तरह पढ़ लैंदे आ कि ओ एक अंब खांदा है, जबकि आर्टिकल ए एंड एन यूज बेशक सिंगुलर एंड काउंटेबल थिंग दे नाल हुंदे आ, बट इसका मतलब एक नहीं हुंदा। आपां इस तरह नहीं कह सकदे। अगर ये सेंटेंस इस तरह हुंदा कि ओ अंब खांदा है तां भी आपां इस नूं इसे तरह ही लिखना सीगा। अगर आपां इस तरह कहिए कि वो एक अंब खांदा है तां भी आपां ही लिख सकदे सीगे ही ईट्स अ मैंगो। हुण मेन इंपॉर्टेंट है कि आपां इस आर्टिकल नूं क्यों लगाया। जिस तरह मैं पिछली वीडियो दे विच दस्सिया सीगा कि जिस तरह मैं पिछले पार्ट दे विच दस्सिया सीगा कि साडा जिहड़ा आर्टिकल हैगा आ वो हमेशा ही एक नाउन दे लई काम करदा। इट मीनस की आ कि मैंगो साडे कोल इस वक्त जो हैगा एक नाउन हैगा, बट की साडी जिहड़ी कंडीशन हैगी आ इत्थे आपां आर्टिकल लगाया वो कंडीशन नूं फॉलो कर रहे हैं आपां जां नहीं। बिल्कुल। मैंगो नूं अगर आपां देखिए ते मैंगो साडा एक सिंगुलर नाउन भी हैगा है, और दूसरी गल मैंगो नूं आपां काउंट भी कर सकते हैं 1 मैंगो ਜਾਂ 2 मैंगो। सो इस तरह अपने कोल जिहड़ियां दोनों ही कंडीशनस पूरियां हो रही हैं, जिस करके आपां काउंटेबल भी हैगा सिंगुलर भी हैगा आ। और इस दे नाल सानूं इंग्लिश दे विच जदों इस तरह कोई सिंगुलर जां फिर काउंटेबल नाउन जो दोनों कंडीशनां पूरियां करदा उस तो पहलां आर्टिकल जिहड़ा लगाउणा पैना। ए दी जगह एन भी हो सकदा, वो आपां नैक्सट देखदे हां कि किस तरह आपां डिसाइड करना ए लगाउणा जां एन लगाउणा। हालांकि ए एंड एन दोनों सेम ही काम करते हैं, बट डिफरेंस है वो आपां नैक्सट देखांगे। एक अद्धी एग्जांपल आपां होर लैंदे हां कि किस तरह आपां सिंगुलर काउंटेबल नाउन दे नाल आर्टिकल यूज करना हैगा। सो इन एग्जांपल्स दे विच अगर आपां देखिए तो नैक्सट एग्जांपल साडे कोल हैगी है आई हैव अ ब्लैक पेन। सो इत्थे भी तुसीं देख सकते हैं कि पेन वर्ड साडा जिहड़ा आ सिंगुलर भी हैगा एंड काउंटेबल भी हैगा। बेशक पेन तो पहला असीं एक एडजैक्टिव यूज कीता होया हैगा, बट साडा जिहड़ा आर्टिकल आ उस नूं इस एडजैक्टिव दे नाल कोई भी मतलब नहीं हैगा। इस ये काम जिहड़ा करदा एक नाउन दे लई करदा, जिस तरह आर्टिकल एक नाउन दे लई काम करदा। सो पेन साडा सिंगुलर भी सी एंड काउंटेबल सी, इस करके सानू इत्थे आर्टिकल जिहड़ा लगाउणा पेगा। नैक्सट सेंटेंस दे विच तुसीं देख सकते हैं राम हैज एन एप्पल, राम कोल एप्पल है। सो इत्थे भी साडे कोल एप्पल जिहड़ा तुसीं देख सकते हैं सिंगुलर एंड काउंटेबल। एप्पल साडे कोल एक आ इत्थे और एप्पल नूं आपां काउंट भी कर सकते हैं, इस करके साडे कोल एक आर्टिकल जिहड़ा सानू इस दे नाल यूज करना पैना हैगा। नैक्सट साडे कोल सेंटेंस आ वी हैव ब्लैक चेयर्स, साडे कोल कालियां कुर्सियां हन। हुण इत्थे अगर आपां देखिए ते चेयर्स वर्ड जिहड़ा आ काउंटेबल हैगा जां नहीं हैगा। बिल्कुल चेयर्स नूं असीं काउंट कर सकते हैं, बेशक जिन्नियां मर्जी चेयर्स होण, बट एक चीज इत्थे हैगी आ कि इत्थे अगर देखिए तो चेयर्स नूं इत्थे आपां प्लूरल बना के यूज कीता होया, सिंगुलर नहीं हैगा। इट मीनस की आ कि आ वाली साडी कंडीशन पूरी नहीं हो रही, जबकि आ वाली कंडीशन पूरी हो रही है। सो जदों साडे कोल एक भी कंडीशन पूरी नहीं हुंदी आपां कुछ भी आर्टिकल नूं यूज नहीं कर सकते। मीनस की सिंपल गल आर्टिकल नूं कदों यूज करना जदों साडे कोल नाउन जिहड़ा सिंगुलर एंड काउंटेबल हैगा। सेम नीचे वाली एग्जांपल दे विच तुसीं आप डिसाइड कर सकते हैं देयर आर 4 बॉयज, इत्थे 4 लड़के हैं, जां फिर आपां सिंपली कह लईए 4 लड़के हैं। सो बॉयज वर्ड साडा जिहड़ा आ काउंट किया जा सकता बेशक एक तो ज्यादा, बट इत्थे कंडीशन एक जिहड़ी है सिंगुलर वाली पूरी नहीं हुई, इस करके आपां कोई भी आर्टिकल यूज नहीं किया हैगा। सो बेसिक चीज हैगी है, सिंपली एक बार फिर रिकैप करवा देना कि आर्टिकल ए एंड एन दोनों ही सिंगुलर एंड काउंटेबल नाउन तो पहला यूज होंदे हैं। सो हुण आपां देखते हैं कि आपां किस तरह डिसाइड करना कि कदों आपां आर्टिकल ए यूज करना ते कदों आर्टिकल एन यूज करना है।
ਸੋ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਡਿਸਾਈਡ ਕਰਨਾ ਕਿ ਕਦੋਂ ਆਰਟੀਕਲ A ਨੂੰ ਯੂਜ਼ ਕੀਤਾ ਜਾਵੇ ਤੇ ਕਦੋਂ ਆਰਟੀਕਲ N ਨੂੰ ਯੂਜ਼ ਕੀਤਾ ਜਾ ਸਕਦਾ ਹੈਗਾ। ਸੋ ਫਸਟ ਅਗਰ ਆਪਾਂ ਦੇਖੀਏ ਤਾਂ ਮੈਂ ਕੁਐਸਚਨ ਪੁੱਟ ਕੀਤਾ ਹਾਊ ਟੂ ਡਿਸਾਈਡ ਵਿਚ ਵਨ ਟੂ ਚੂਜ਼, ਕਿਸ ਤਰ੍ਹਾਂ ਡਿਸਾਈਡ ਕਰੀਏ ਕਿ ਕਿਹੜਾ ਆਰਟੀਕਲ ਆਪਾਂ ਚੂਜ਼ ਕਰਨਾ। ਸੋ ਪਹਿਲਾ ਕਨਸੈਪਟ ਤੁਸੀਂ ਯਾਦ ਰੱਖਣਾ ਕਿ ਆਰਟੀਕਲ ਨੂੰ ਯੂਜ਼ ਕਦੋਂ ਯੂਜ਼ ਕਰਨਾ, ਜਦੋਂ ਸਾਡੇ ਕੋਲ ਇੱਕ ਸਿੰਗੂਲਰ ਐਂਡ ਕਾਊਂਟੇਬਲ ਨਾउन ਹੁੰਦਾ। ਸੈਕੰਡ ਥਿੰਗ ਹੈਗੀ ਆ ਹਾਊ ਟੂ ਡਿਸਾਈਡ ਵਿਚ ਵਨ ਟੂ ਚੂਜ਼, A ਔਰ N। ਸੋ ਇੱਥੇ ਆਪਾਂ ਲਿਖਿਆ ਹੋਇਆ A is used before a noun that starts with consonant sound not letter। ਇੱਕ ਕਾਮਨ ਮਿਸਟੇਕ ਸਟੂਡੈਂਟਸ ਕਰਦੇ ਆ ਕਿ ਯੂਜ਼ਰਲੀ ਕੀ ਸੋਚਦੇ ਆ ਕਿ ਜਦੋਂ ਕਿਤੇ ਵੋਵਲ ਲੱਗਿਆ ਹੋਇਆ, ਕੋਈ ਅੱਖਰ ਜਿਹੜਾ ਵੋਵਲ ਦੇ ਨਾਲ ਸਟਾਰਟ ਹੋ ਰਿਹਾ, ਕੋਈ ਵਰਡ ਵੋਵਲ ਦੇ ਨਾਲ ਸਟਾਰਟ ਹੋ ਰਿਹਾ, ਉਸ ਤੋਂ ਪਹਿਲਾਂ ਐਨ ਹੀ ਲੱਗਣਾ ਆ ਤੇ ਬਾਕੀ ਦੇ ਨਾਲ ਏ ਲੱਗਣਾ, ਜੋ ਕਿ ਬਿਲਕੁਲ ਗਲਤ ਹੈਗਾ ਆ। ਐਕਚੁਅਲ ਦੇ ਵਿੱਚ ਅਸੀਂ ਇੱਥੇ ਜਿਹੜੀ ਗੱਲ ਕਰਦੇ ਆ ਤੁਹਾਨੂੰ ਧਿਆਨ ਰੱਖਣਾ ਪੈਣਾ ਸਾਊਂਡ ਦਾ, ਨਾ ਕਿ ਲੈਟਰ ਦਾ। ਆਪਾਂ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਆਰਟੀਕਲ A ਕਦੋਂ ਯੂਜ਼ ਕਰਨਾ, ਬਿਫੋਰ ਅ ਨਾउन दैट ਸਟਾਰਟਸ ਵਿਦ ਕੌਨਸੋਨੈਂਟ ਸਾਊਂਡ। एग्जांपल देना नीचे जाके। दूसरा भी देख लिए एन नु कदों यूज करना, एन इज यूज्ड बिफोर ए वॉवल साउंड नॉट लेटर। सो अगर किते वॉवल लग्या होया बट वो अगर साउंड नहीं दे रहा वॉवल दा, कॉन्सोनेंट दा साउंड दे रहा ते आप आर्टिकल एन नु यूज नहीं कर सकते। नीचे चलते एग्जांपल्स दे नाल समझते हैं। फर्स्ट आप देख लिए साडे कोल वॉवल एक्चुअल दे विच है किहड़े ने। सो साडे कोल 5 वॉवल ने इंग्लिश दे विच ए ई आई ओ यू। सो ये इन्हां दे साउंड सानू ध्यान दे विच रखने पैणे आ, ई आई ओ यू। इस तरह आप इसनूं ख्याल रखना हैगा। सो इसनूं कदी भी ये दे नाल नहीं पढ़ना हैगा। इत्थे जिहड़ा इहदा साउंड आऊगा वो ऊ वाला साउंड आऊगा, ना कि यू वाला। सो उस तरह नूं आपां ख्याल रखिए। अगर आप एग्जांपल देखिए हुण तो नीचे आपां लिखिया होया यूनीवर्सिटी एंड अंब्रेला। हुण दोनों ही तुसीं वर्ड देख सकदे आ कि साडा वर्ड जो यूनीवर्सिटी हैगा वो भी एक वॉवल दे नाल स्टार्ट हो रहा ते जो वर्ड साडा अंब्रेला हैगा वो भी साडा यू दे नाल स्टार्ट हो रहा। हुण यू तो एक वॉवल साउंड हैगा। सो कॉमन मिस्टेक अगर तुसीं करोगे कि जिथे वॉवल साउंड आ गया उत्थे आपां एन यूज करना, फिर साडा ए हो जाऊगा गलत, जबकि इत्थे इस तरह नहीं हैगा। आपां कहा कि आपां कदी भी एक लैटर ते ध्यान नहीं देना हैगा, आपां साउंड ते ध्यान देना हैगा। सो हुण आपां देखदे किस तरह। हुण जदों असीं वर्ड पढ़दे हां यूनीवर्सिटी, यूनीवर्सिटी जदों आपां पढ़दे हां ते साडे कोल जो साउंड आउंदा आ वो इस तरह आ रहा यूनीवर्सिटी। सो यूनीवर्सिटी साडा जिहड़ा इहनां विचों किसी भी साउंड दे नाल मैच नहीं करता, क्योंकि वॉवल दा साउंड हुंदा अ ई आई ओ ऊ। सो इस करके साडा जिहड़ा इत्थे यू आ, बेशक साडा वर्ड जिहड़ा यू दे नाल स्टार्ट हो रहा, बट साउंड जिहड़ा इसदा आ ओह कॉन्सोनेंट वाला साउंड आ। सो कॉन्सोनेंट जदों भी साउंड आऊगा उस दे नाल आपां लाना हैगा आ आर्टिकल ए नूं। इस करके आपां इहदे अगे जिहड़ा ए लिखिया होया। जबकि असीं दूसरे वर्ड दे विच देखीए ते अंब्रेला। हुण जदों आपां अंब्रेले नूं बोलदे हां ते साडे कोल जो लैटर दा साउंड हुंदा सब तो पहलां आ साउंड हुंदा अंब्रेला। सो अंब्रेला हुण साडे कोल की हैगा कि वर्ड तां साडा यू दे नाल स्टार्ट हो रहा, बट जो साउंड आ रहा वो आ दा आ रहा। इस करके इस दे नाल आपां आर्टिकल एन नूं यूज कीता होया हैगा। सो होप है कि तुहानूं समझ लग्या होगा। नीचे होर एग्जांपल हैगी आ एन ऑरेंज। हुण जदों आपां ओ नूं बोलदे हां ते साडे कोल जो साउंड बनदा आ साउंड बनदा ओ। सो ओ भी साडे कोल साउंड हैगा आ। इस करके आपां जदों भी साडे कोल वॉवल साउंड आऊगा उस नूं आपां आर्टिकल एन नूं यूज करांगे नाउन दे नाल। दूसरी गल, अगला वर्ड भी साडे कोल ओ दे नाल ही स्टार्ट हो रहा है, बट जदों आपां इस वर्ड नूं बोलदे ते आपां कहंदे हां वन पेरेंट फैमिली। सो साडे कोल जो साउंड निकल के आऊगा वो आ वाला आऊगा, जां आपां पंजाबी इंग्लिश दी गल करिए ते वी दा साउंड आगा। सो वी वर्ड तां एक कॉन्सोनेंट हैगा। सो कॉन्सोनेंट साउंड जदों आ रहा, बेशक साडा लैटर जिहड़ा है इत्थे स्टार्टिंग दे विच एक वॉवल लग्या होया, बट साउंड वॉवल दा नहीं दे रहा, कॉन्सोनेंट दा दे रहा। सो जदों भी कॉन्सोनेंट दा साउंड आऊगा असीं आर्टिकल ए नूं यूज करना हैगा। होप है कि तुहानूं समझ लग्या होगा कि कदों आपां आर्टिकल ए चूज करना और कदों एन नूं चूज करना। एक दो एग्जांपल्स होर करदा, तुसीं आप भी प्रैक्टिस कर सकते हो। कॉमेंट बॉक्स दे विच मैनूं दस सकदे आ लिख के, ताकि मैनूं भी पता लगे कि तुहानूं समझ लग्या हैगा जां नहीं लग्या। सो इत्थे मैं फिर कुछ एग्जांपल्स तुहाडे लई लैके आया ताकि तुहाडे लई इस प्रैक्टिस करके ताकि तुहाडे लई प्रैक्टिस करना ईजी हो जाए और अंडरस्टैंड करना ईजी हो जाए। सो आप फिर एक बार देख लेंगे हैं। ए आप कदों यूज करना, यूज्ड बिफोर कॉन्सोनेंट साउंड, मीनस कि लैटर ते ध्यान नहीं देना हैगा किहड़ा या साउंड ते ध्यान देना हैगा। फिर एन नूं कदों यूज करना, यूज्ड बिफोर ए वॉवल साउंड। जदों साडे कोल वॉवल साउंड आऊगा, साउंड मीनस कि इन्हां विचों किसी भी लैटर दा साउंड जदों आऊगा उदों आपां यूज करना है नॉट विद लैटर। लैटर ते ध्यान नहीं देना कि लैटर किहड़ा, साउंड ते ध्यान देना हमेशा। हुण एग्जांपल्स देखदे हां। हुण आपां जदों वर्ड पढ़दे हां एम एल ए,
MLA वर्ड जो बोलते हैं, हुण साडे कोल जे अगर लैटर की गल करिए तो लैटर इत्थे लग्या होया कॉन्सोनेंट, बट जदों आपां M नूं बोलते हैं तो साडे जो साउंड आउंदा, अगर आपां स्टार्ट करिए M, सो वो किहड़ा साउंड आऊगा, A दा साउंड आऊगा। M ए तो स्टार्ट होगी साडी M, सो इस करके जदों साडे कोल हुण A साडा किहड़ा साउंड हैगा आ, वॉल साउंड हैगा। सो जदों साडे कोल वॉल साउंड होगा, ऑब्वियसली असीं आर्टिकल एन नूं यूज करांगे, ए नूं यूज नहीं कर सकते जदों साडे कोल वॉल साउंड आऊगा। नैक्सट एन एलीफेंट, हुण एलीफेंट वैसे तो साडे कोल इत्थे वॉल ही लग्या होया और जो साउंड आ रहा वो भी साडे कोल एलीफेंट ए, इस तरह जदों बोलते हैं तो एन ही लगूगा इत्थे, ए नूं आपां इत्थों कट देवांगे। नीचे एन आर जां फिर ए आर, हुण इस वर्ड दे विच याद रखना कि एच साडी जिहड़ी है साइलेंट हुंदी है, ते जदों आपां इस वर्ड नूं बोलदे हैं इसदा मीनिंग हुंदा हावर नहीं, इसनूं कहना आर। सो आर जो बोलांगे इसनूं ते साउंड साडे कोल जो आ रहा है वो आ वाला आ रहा, तो आ साउंड जो आऊगा उसनूं आपां ए दे विच मान लांगे। इस करके इत्थे भी साडा वर्ड जिहड़ा एन आर्टिकल यूज होगा, ना कि ए यूज होगा। हुण नीचे वाले लास्ट हैगा आ ए एंड एन, इस दे विच तुसीं डिसाइड कर लो पहला और कमेंट कर दिओ, नाल दी नाल मैं भी दस सकदा तुहानूं। हुण साडे कोल जो इत्थे वर्ड लिखा होया होगा ईयर, हुण ईयर साउंड भी जिहड़ा हैगा आ इसनूं कदी भी आपां ये दे नाल नहीं पढ़दे, वाई नूं भी इंग्लिश दे विच एक वॉल साउंड ही मानते हैं। सो वाई दा अलग अलग रोल हो सकता, बट इत्थे इहदा जिहड़ा साउंड आ यैया नहीं हैगा, इसका जो साउंड हैगा आ वो हैगा ईयर, इसनूं आपां ईयर बोलते हैं। सो जदों आपां ईयर पढ़ांगे ते ईयर दे नाल तुसीं देख सकते हैं कि साडा जिहड़ा साउंड आ ई दा आऊगा। सो इस करके इत्थे भी साडा जिहड़ा आर्टिकल एन यूज होगा, ना कि ए यूज होगा। सो एक बार फिर आपां ध्यान दिंदे हां कि आर्टिकल कदों यूज करना। आर्टिकल साडे कोल तीन ने इंग्लिश दे विच, ए एंड द, और इन्हां विचों ए एंड एन नूं आपां डिवाइड कीता है, इन्हां तिन्नां ही आर्टिकल्स नूं आपां डिवाइड कीता होया दो कैटेगरीज दे विच। फर्स्ट कैटेगरी हैगी इंडेफिनाइट आर्टिकल दी, जिहदे विच आपां लिखदे हां ए एंड एन नूं, एंड दूसरी कैटेगरी हैगी आ डेफिनाइट आर्टिकल दी, जिस दे विच आपां द नूं रखदे हां। द नूं आपां एक सैपरेट वीडियो दे विच करांगे, इत्थे आपां सिੱਖਿਆ ए एंड एन। हुण आपां देखिए ए एंड एन नूं कदों यूज करना। ए एंड एन बोथ आर यूज्ड विद अ सिंगुलर काउंटेबल नाउन, हमेशा ही एक सिंगुलर काउंटेबल नाउन दे नाल यूज हुंदे आ ए एंड एन। जदों साडे कोल इंग्लिश च कोई सिंगुलर काउंटेबल नाउन आउंदा है उस दे नाल आपां आर्टिकल नूं यूज करना हैगा आ। दूसरी चीज किस तरह डिसाइड करना कि किहड़ा चूज किया जाए, ए जां फिर एन। ये सारियां चीज़ां देखण दे लई सानूं वॉल साउंड एंड कॉन्सोनेंट साउंड दे उत्ते ध्यान देना पैना है। वॉल साउंड दे जदों भी साडे कोल कोई वर्ड बेशक वो कॉन्सोनेंट दे नाल स्टार्ट हो रहा, बट अगर साउंड वॉल दा दे रहा तो असीं उस दे नाल यूज करांगे एन नूं। अगर कोई वर्ड बेशक वो वॉल नाल स्टार्ट हो रहा ਜਾਂ ਕਿਸੇ ਕੌਨਸੋਨੈਂਟ ਨਾਲ ਸਟਾਰਟ ਹੋ ਰਿਹਾ, ਅਗਰ ਸਾਊਂਡ ਕੌਨਸੋਨੈਂਟ ਆ ਰਿਹਾ ਤੇ ਆਰਟੀਕਲ ਏ ਯੂਜ਼ ਕਰਾਂਗੇ। ਸੋ ਹੋਪਾ ਕਿ ਤੁਹਾਨੂੰ ਇਹ ਸਮਝ ਲੱਗਿਆ ਹੋਊਗਾ। ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਬਾਕੀਆਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਹਰ ਇੱਕ ਨੂੰ ਇਹ ਕਨਸੈਪਟ ਜਿਹੜਾ ਈਜ਼ੀ ਹੋ ਜਾਵੇ, ਕਲੀਅਰ ਹੋ ਜਾਵੇ। ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕਨਸੈਪਟ ਤੁਹਾਡੇ ਲਈ ਬਹੁਤ ਕੰਮ ਆਊਗਾ ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਉੱਥੇ ਪੁੱਛੇ ਜਾਂਦੇ ਆ। ਔਰ ਇੰਗਲਿਸ਼ ਸਿੱਖ ਰਹੇ ਤੇ ਤਾਂ ਵੀ ਸਾਨੂੰ ਜਿਹੜੀ ਹੈ ਗ੍ਰਾਮਰ ਦੀ ਨੌਲੇਜ ਡੀਪ ਹੋਣੀ ਚਾਹੀਦੀ ਹੈ ਤਾਂ ਕਿ ਸਾਡੀ ਕੋਈ ਮਿਸਟੇਕ ਨਾ ਹੋਵੇ। ਹੋਪ ਕਿ ਤੁਹਾਨੂੰ ਵੀਡੀਓ ਚੰਗੀ